ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸ਼ਵ ਭਰ ਦੀਆਂ ਸੰਗਤਾਂ ਦਾ ਸਵਾਗਤ ਹੈ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ। ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਅੱਜ ਅਸੀਂ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜਾਂਗੇ, ਕਿਉਂਕਿ ਸੰਗਤਾਂ ਜਾਣਦੀਆਂ ਨੇ ਕਿ ਅੱਜ ਭਾਈ ਤਾਰੂ ਸਿੰਘ ਜੀ, ਸ਼ਹੀਦ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਵਿਸ਼ਵ ਭਰ ਦੇ ਵਿੱਚ ਸ਼ਰਧਾ ਦੇ ਨਾਲ, ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਅਤੇ ਅੱਜ ਅਸੀਂ ਭਾਈ ਤਾਰੂ ਸਿੰਘ ਜੀ ਦੇ ਸਮੁੱਚੇ ਜੀਵਨ ਦੇ ਉੱਤੇ ਵੀ ਗੱਲਬਾਤ ਕਰਾਂਗੇ ਅਤੇ ਇਤਿਹਾਸ ਤੋਂ ਜਾਣੂ ਹੋਵਾਂਗੇ। ਸਾਡੇ ਨਾਲ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਗੈਸਟ ਨੇ ਬੜੀ ਹੀ ਅਦਬੀ ਸ਼ਖਸੀਅਤ ਪ੍ਰਿੰਸੀਪਲ ਕੁਲਵੰਤ ਸਿੰਘ ਜੀ ਅਣਖੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਣਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਣਖੀ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਅਤੇ ਸਭ ਤੋਂ ਪਹਿਲਾਂ ਮੇਰਾ ਸਵਾਲ ਕਿ ਭਾਈ ਤਾਰੂ ਸਿੰਘ ਜੀ ਦਾ ਜਨਮ ਕਿੱਥੇ ਹੋਇਆ, ਕਿਹੜਾ ਪਿੰਡ ਸੀ ਉਹਨਾਂ ਦਾ, ਅਤੇ ਮਾਤਾ ਪਿਤਾ ਦੀ ਬਾਬਤ ਸੰਗਤਾਂ ਨੂੰ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰੋ। ਗਿੱਲ ਸਾਹਿਬ, ਭਾਈ ਤਾਰੂ ਸਿੰਘ ਜੀ ਸਿੱਖ ਇਤਿਹਾਸ ਦੇ ਬਹੁਤ ਹੀ ਨਿਵੇਕਲੇ ਸ਼ਹੀਦ ਆ ਜੀ, ਜਿਨ੍ਹਾਂ ਦੀ ਸ਼ਹੀਦੀ ਦਾ ਮੁਕਾਮ ਜਿਹੜਾ ਵਾ ਹਾਂਜੀ ਉਹ ਬਹੁਤ ਹੀ ਵਿਲੱਖਣ ਜੀ ਅਤੇ ਲੂੰ ਕੰਡੇ ਖੜੇ ਕਰਨ ਵਾਲਾ ਵਾ। ਜੀ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਸੁਣਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਪੁੱਠੀਆਂ ਖੱਲਾਂ ਲਹਾਈਆਂ, ਖੋਪੜੀਆਂ ਲਵਾਈਆਂ, ਸਿੱਖੀ ਸਿਦਕੇ ਸਾਸਵਾਂ ਸੰਗ ਨਿਭਾਇਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਉਹਨਾਂ ਸ਼ਹੀਦਾਂ 'ਚੋਂ ਇੱਕ ਸਨ ਵੀ। ਇਹ ਭਾਈ ਤਾਰੂ ਸਿੰਘ ਜਿਹੜੇ ਆ ਸਾਡੀ ਅਰਦਾਸ ਦੇ ਵਿੱਚ ਇਹਨਾਂ ਦਾ ਪੱਕਾ ਹੀ ਸ਼ੁਮਾਰ ਆ, ਕਿਉਂਕਿ ਇਹ ਉਹ ਮਹਾਨ ਸ਼ਹੀਦ ਆ ਜਿਨ੍ਹਾਂ ਦੀ ਸ਼ਹੀਦੀ ਇਹਨਾਂ ਦੀ ਖੋਪੜੀ ਲਾਉਣ ਕਰਕੇ ਹੋਈ ਸੀ। ਵੈਸੇ ਜੀ ਜੀ ਭਾਈ ਸਾਹਿਬ ਦਾ ਜਨਮ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਕਿ ਉੱਥੋਂ ਦਾ ਪਿੰਡ ਇੱਕ ਪੂਲਾ ਵਾ, ਜੀ ਜੀ ਜੀ, ਉੱਥੇ ਇਹਨਾਂ ਦਾ ਹੋਇਆ ਸੀ। ਅੱਜ ਕੱਲ੍ਹ ਇਹ ਪਿੰਡ ਜਿਹੜਾ ਵਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆ ਜੀ, ਅਤੇ ਇਸ ਪਿੰਡ ਦੇ ਲਾਗੇ ਹੀ ਬਾਬਾ ਦੀਪ ਸਿੰਘ ਜੀ ਦਾ ਜੀ ਜੀ ਨਗਰ ਆ, ਪਹੂਵਿੰਡ ਜੀ। ਅਤੇ ਇਹਨਾਂ ਦੇ ਉਸੇ ਇਲਾਕੇ ਦੇ ਵਿੱਚ ਹੀ ਬੀੜ ਬਾਬਾ ਬੁੱਢਾ ਸਾਹਿਬ ਦੀ ਬੀੜ ਵੀ ਜਿਹੜੀ ਆ ਉੱਥੇ ਹੀ ਸੁਸ਼ੋਭਿਤ ਆ। ਅਤੇ 6 ਅਕਤੂਬਰ 1720 ਨੂੰ ਭਾਈ ਸਾਹਿਬ ਜੀ ਦਾ ਜੋ ਜਨਮ ਆ, ਇਹ ਇੱਕ ਗੁਰਸਿੱਖ ਪਰਿਵਾਰ, ਅੰਮ੍ਰਿਤਧਾਰੀ ਪਰਿਵਾਰ, ਸਰਦਾਰ ਜੋਧ ਸਿੰਘ ਅਤੇ ਮਾਤਾ ਧਰਮ ਕੌਰ ਦੇ ਕੁੱਖੋਂ ਇਹਨਾਂ ਦਾ ਜਨਮ ਹੋਇਆ ਸੀ। ਅਤੇ ਇਸ ਪਰਿਵਾਰ ਅੰਮ੍ਰਿਤਧਾਰੀ, ਨਿਤਨੇਮੀ, ਗੁਰਸਿੱਖ ਪਰਿਵਾਰ ਅਤੇ ਧਰਮ ਦੀ ਕਿਰਤ ਕਰਨ ਵਾਲਾ ਪਰਿਵਾਰ ਸੀ। ਆਪਣੇ ਵਾਹੀ ਖੇਤੀ ਦੇ ਵਿੱਚ ਇਹ ਰੁੱਝੇ ਸੀ ਅਤੇ ਉਸ ਵਾਹੀ ਖੇਤੀ ਦੇ ਸਿਰ 'ਤੇ ਹੀ ਆਪਣਾ ਜਿਹੜਾ ਗੁਜ਼ਾਰਾ ਕਰਦੇ ਸੀ। ਜੀ ਜੀ ਜੀ, ਬਿਲਕੁਲ ਬਿਲਕੁਲ। ਇਤਿਹਾਸਕਾਰ ਲਿਖਦੇ ਆ ਕਿ ਜਿਹੜੇ ਇਹਨਾਂ ਦੇ ਪਿਤਾ ਜੀ ਸੀ, ਇਹ ਅਜੇ ਉਹਨਾਂ ਦੀ ਉਮਰ ਛੋਟੀ ਸੀ ਭਾਈ ਤਾਰੂ ਸਿੰਘ ਦੀ, ਜਦੋਂ ਕਿ ਉਹ ਮੁਕਤਸਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸੀ। ਇਤਿਹਾਸਕਾਰਾਂ ਦਾ ਮਤ ਆਏ। ਅਤੇ ਇੱਕ ਇਹਨਾਂ ਦੀ ਛੋਟੀ ਭੈਣ ਸੀ, ਅਤੇ ਇਹਨਾਂ ਦੀ ਪਾਲਣਾ ਪੋਸ਼ਣਾ ਇਹਨਾਂ ਦੀ ਮਾਤਾ ਜੀ ਨੇ ਕੀਤੀ ਸੀ। ਅਤੇ ਮਾਤਾ ਜੀ ਨਿਤਨੇਮੀ ਸੀ, ਗੁਰਸਿੱਖ ਸੀ, ਅੰਮ੍ਰਿਤਧਾਰੀ ਸੀ, ਗੁਰਬਾਣੀ ਦਾ ਪਾਠ ਕਰਦੇ ਸੀ, ਨਾਮ ਜਪਦੇ ਸੀ। ਅਤੇ ਕੁਦਰਤੀ ਆ ਕਿ ਉਹਨਾਂ ਦੇ ਜੋ ਪਰਿਵਾਰ ਸੀ, ਮਾਹੌਲ ਸਾਰਾ ਹੀ ਇਸ ਤਰ੍ਹਾਂ ਦਾ ਧਾਰਮਿਕ ਸੀ। ਆਏ ਗਏ ਦਾ ਲੋੜ ਮੁਤਾਬਕ ਉਹਨਾਂ ਦੀ ਮਦਦ ਕਰਨੀ, ਇਹ ਭਾਈ ਸਾਹਿਬ ਦੇ ਪਰਿਵਾਰ ਦਾ ਇੱਕ ਅਹਿਮ ਹਿੱਸਾ ਸੀ। ਅਤੇ ਜਿਉਂ-ਜਿਉਂ ਭਾਈ ਸਾਹਿਬ ਵੱਡੇ ਹੁੰਦੇ ਗਏ ਅਤੇ ਸਿੱਖੀ ਦੀ ਪਾਣ ਇਹਨਾਂ ਨੂੰ ਜਿਹੜੀ ਸੀ ਹੋਰ ਜਿਹੜੀ ਸੀ ਉਹ ਪੱਕੀ ਹੁੰਦੀ ਗਈ, ਅਤੇ ਭਾਈ ਸਾਹਿਬ ਵੀ ਅੰਮ੍ਰਿਤ ਛਕ ਕੇ ਗੁਰੂ ਦੇ ਸਿੱਖ ਬਣ ਗਏ ਸੀ। ਅਤੇ ਜੋ ਸਿੱਖ ਪਰੰਪਰਾਵਾਂ ਵਾ ਉਹਨਾਂ 'ਤੇ ਪੂਰੇ ਉਤਰਨ ਵਾਲੇ ਸੀ। ਅਣਖੀ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੇ ਅੰਮ੍ਰਿਤ ਛਕਿਆ, ਬਚਪਨ ਜਿਹੜਾ ਆ, ਜਿਵੇਂ ਉਹਨਾਂ ਦੇ ਪਿਤਾ ਜੀ ਜਿਹੜੇ ਆ ਉਹ ਪਹਿਲਾਂ ਸ਼ਹੀਦ ਹੋ ਗਏ ਸੀਗੇ, ਬਚਪਨ ਕਿਵੇਂ ਉਹਨਾਂ ਦਾ ਜਿਹੜਾ ਆ ਉਹ ਬੀਤਿਆ? ਅਤੇ ਇਹ ਵੀ ਸੁਭਾਵਿਕ ਗੱਲ ਹੈ ਕਿ ਜਦੋਂ ਘਰ ਦੇ ਵਿੱਚ ਮਾਹੌਲ ਇਵੇਂ ਦਾ ਸੀਗਾ, ਪਰਿਵਾਰ ਜਿਹੜਾ ਆ ਉਹ ਨਿਤਨੇਮੀ ਸੀਗਾ ਅਤੇ ਨਾਲੇ ਗੁਰੂ ਵਾਲੇ ਸੀਗੇ, ਅਤੇ ਸੁਭਾਵਿਕ ਹੈ ਕਿ ਜਿਹੜਾ ਬੰਦਾ ਨਿਤਨੇਮ ਕਰਦਾ ਆ, ਗੁਰੂ ਨਾਲ ਜੁੜਿਆ ਹੋਇਆ ਆ, ਅਜਿਹੀ ਰੂਹ ਉਹਨਾਂ ਦੇ ਘਰ ਦੇ ਵਿੱਚ ਜਨਮ ਜਿਹੜੀ ਉਹ ਰਹਿੰਦੀ, ਜਿਨ੍ਹਾਂ ਨੇ ਗਾਂਹ ਜਿਹੜਾ ਆ ਉਹ
ਇਸ ਤਰ੍ਹਾਂ ਦੀ ਸ਼ਹੀਦੀ ਜਿਹੜੀ ਆ ਉਹ ਪ੍ਰਾਪਤ ਕੀਤੀ। ਸੋ ਉਹਨਾਂ ਦਾ ਬਚਪਨ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਜਿਹੜੇ ਆ ਉਹ ਸ਼ਹੀਦ ਹੋ ਗਏ ਸੀਗੇ ਅਤੇ ਮਾਤਾ ਜੀ ਦੇ ਹੱਥਾਂ ਦੇ ਵਿੱਚ ਹੀ ਉਹਨਾਂ ਦਾ ਫਿਰ ਪਾਲਣ ਪੋਸ਼ਣ ਹੋਇਆ, ਕਿਵੇਂ ਬੀਤਿਆ ਅਤੇ ਪਰਿਵਾਰ ਦਾ ਕਿੱਤਾ ਕੀ ਸੀਗਾ? ਗਿੱਲ ਸਾਹਿਬ, ਜਦੋਂ ਪਰਿਵਾਰ ਵਿੱਚ ਇਸ ਤਰ੍ਹਾਂ ਜਿਹੜਾ ਮੁੱਖ ਮਰਦ ਪ੍ਰਧਾਨ ਸੀ ਉਹ ਜਦੋਂ ਇਸ ਤਰ੍ਹਾਂ ਸ਼ਹੀਦੀ ਦਾ ਜਾਮ ਪੀ ਜਾਣ ਤੇ ਫਿਰ ਪਰਿਵਾਰ ਦਾ ਤੁਹਾਨੂੰ ਪਤਾ ਹੀ ਗੁਜ਼ਾਰਾ ਤੇ ਥੋੜ੍ਹਾ ਬਹੁਤ ਮੁਸ਼ਕਿਲ ਹੀ ਹੁੰਦਾ ਵਾ। ਪਰ ਫਿਰ ਵੀ ਇਹਨਾਂ ਦੀ ਮਾਤਾ ਜੀ ਨੇ ਖੇਤੀਬਾੜੀ ਦਾ ਜਿਹੜਾ ਇਹਨਾਂ ਦਾ ਧੰਦਾ ਸੀ ਉਸ ਨੂੰ ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਸਾਂਭਿਆ ਸੀ। ਤੇ ਜਿਉਂ ਭਾਈ ਸਾਹਿਬ ਜਿਹੜੇ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦਾ ਹੱਥ ਵਟਾਉਣ ਲੱਗ ਪਏ ਸੀ ਤੇ ਇਹ ਮਤਲਬ ਵੀ ਪਰਿਵਾਰ ਜਿਹੜਾ ਸੀ, ਇੰਨੀ ਕੁ ਜ਼ਮੀਨ ਹੈਗੀ ਸੀ ਇਹਨਾਂ ਕੋਲ ਕਿ ਸੌਖਾ ਇਹਨਾਂ ਦਾ ਗੁਜ਼ਾਰਾ ਜਿਹੜਾ ਚੱਲਦਾ ਸੀ। ਆਪਣਾ ਗੁਜ਼ਾਰਾ ਤਾਂ ਹੈ ਹੀ ਹੈ ਸੀ, ਜੇ ਕੋਈ ਰਾਹੀ ਮੁਸਾਫਰ ਵੀ ਇਹਨਾਂ ਦੇ ਘਰ ਆ ਜਾਂਦਾ ਸੀ ਤੇ ਉਹ ਵੀ ਲੰਗਰ ਪ੍ਰਸ਼ਾਦੇ ਤੋਂ ਬਗੈਰ ਜਿਹੜਾ ਸੀ ਉਹ ਨਹੀਂ ਸੀ ਜਾਂਦਾ ਵੈਸੇ। ਜੀ ਅਣਖੀ ਸਾਹਿਬ, ਜਿਵੇਂ ਜ਼ਿਕਰ ਕੀਤਾ ਕਿ ਖੇਤੀਬਾੜੀ ਜਿਹੜਾ ਉਹਨਾਂ ਦਾ ਪਰਿਵਾਰਕ ਕਿੱਤਾ ਸੀਗਾ, ਤੇ ਫਿਰ ਜਦੋਂ ਭਾਈ ਤਾਰੂ ਸਿੰਘ ਜੀ ਜਿਹੜੇ ਆ ਉਹ ਜਵਾਨੀ ਦੇ ਵਿੱਚ ਆਉਂਦੇ ਆ, ਜਵਾਨ ਹੁੰਦੇ ਆ, ਤਾਂ ਫਿਰ ਜਿਹੜੇ ਉਸ ਵੇਲੇ ਸਿੰਘ ਸੀਗੇ, ਸਿੱਖ ਸੀਗੇ, ਉਹਨਾਂ ਨਾਲ ਕਿਵੇਂ ਸੰਪਰਕ ਹੁੰਦਾ ਸੀ ਤੇ ਉਦੋਂ ਹਕੂਮਤ ਦਾ ਕਿਵੇਂ ਦਾ ਜਿਹੜਾ ਆ ਉਹ ਰਵੱਈਆ ਸੀਗਾ ਸਿੱਖਾਂ ਦੇ ਪ੍ਰਤੀ, ਤੇ ਕਿਵੇਂ ਫਿਰ ਇਹਨਾਂ ਦਾ ਮੇਲ ਹੁੰਦਾ ਸੀਗਾ ਤੇ ਕਿਵੇਂ ਵਿਚਰਦੇ ਸੀ ਉਹਨਾਂ ਦੇ ਨਾਲ? ਗਿੱਲ ਸਾਹਿਬ, ਭਾਈ ਸਾਹਿਬ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਆ, ਨਿਤਨੇਮੀ ਗੁਰਸਿੱਖ ਸੀ ਜੀ, ਤੇ ਇਹਨਾਂ ਦੇ ਵਿੱਚ ਸਿੱਖੀ ਸਪਿਰਿਟ ਇੰਨੀ ਭਰੀ ਸੀ। ਇੱਕ ਇਤਿਹਾਸ ਦੇ ਵਿੱਚ ਹੋਰ ਬੜੀ ਵਿਲੱਖਣ ਘਟਨਾ ਦਾ ਜ਼ਿਕਰ ਆ ਜੀ ਕਿ ਇੱਥੋਂ ਦੇ ਲਾਗੇ ਹੀ ਇੱਕ ਮਾਸ਼ੀ ਰਹੀਮ ਸੀ ਜੀ, ਉਸ ਦੀ ਬੇਟੀ ਸੀ ਸਲਮਾ ਜੀ, ਜਿਸ ਨੂੰ ਕਿ ਪੱਟੀ ਦਾ ਜਿਹੜਾ ਨਵਾਬ ਸੀ ਜਾਫਰ ਖਾਂ ਉਹ ਜ਼ਬਰਦਸਤੀ ਚੁੱਕ ਕੇ ਲੈ ਗਿਆ। ਅੱਛਾ ਜੀ। ਉਹ ਜਿਹੜਾ ਸੀ ਮਾਸ਼ੀ ਰਹੀਮ, ਉਹਨੂੰ ਪਤਾ ਸੀ ਕਿ ਭਾਈ ਤਾਰੂ ਸਿੰਘ ਦਾ ਜਿਹੜਾ ਪਰਿਵਾਰ ਆ ਗੁਰਸਿੱਖ ਪਰਿਵਾਰ ਆ ਤੇ ਇਹਨਾਂ ਦੇ ਸਿੰਘਾਂ ਦੇ ਨਾਲ ਸੰਪਰਕ ਵੀ ਹੈਗੇ ਆ। ਉਹ ਸਿੰਘਾਂ ਦੇ ਸੰਪਰਕ 'ਚ ਆਉਣ ਬਾਰੇ ਆਪਾਂ ਬਾਅਦ 'ਚ ਗੱਲ ਕਰ ਲੈਂਦੇ ਹਾਂ, ਪਹਿਲਾਂ ਇਹ ਆਪਾਂ ਗੱਲ ਪੂਰੀ ਕਰ ਲਈਏ। ਤੇ ਫਿਰ ਉਹ ਰੋਂਦਾ ਕਰਵਾਉਂਦਾ ਜਿਹੜਾ ਸੀ ਇਹਨਾਂ ਦੇ ਪੇਸ਼ ਹੋਇਆ ਕਿ ਮੇਰੀ ਬੇਟੀ ਨੂੰ ਜਿਹੜਾ ਵਾ ਜਾਫਰ ਖਾਨ ਜਿਹੜਾ ਵਾ ਜ਼ਬਰਦਸਤੀ ਚੁੱਕ ਕੇ ਲੈ ਗਿਆ, ਤੁਸੀਂ ਬੌੜੀ ਮੇਰੀ ਆ, ਤੁਸੀਂ ਮੇਰੀ ਮਦਦ ਕਰੋ ਤੇ ਮੇਰੀ ਧੀ ਨੂੰ ਛੁਡਾ ਕੇ ਲਿਆਓ। ਭਾਈ ਸਾਹਿਬ ਦੇ ਜਿਹੜੇ ਸਿੰਘਾਂ ਨਾਲ ਸੰਬੰਧ ਹੈਗੇ ਸੀ, ਰਾਤ ਉਸੇ ਵੇਲੇ ਗਏ, ਜਿਹੜਾ ਲਾਗੇ ਜੰਗਲ ਸੀ ਉਸ ਜੰਗਲ ਦੇ ਵਿੱਚੋਂ ਜਾ ਕੇ ਇਹਨਾਂ ਨੇ ਜਿਹੜਾ ਸਿੰਘਾਂ ਦਾ ਜਥਾ ਸੀ ਲੰਗਰ ਪਾਣੀ ਛਕ ਕੇ ਆਏ ਤੇ ਉਹਨਾਂ ਨੇ ਜਾਫਰ ਖਾਨ ਜਿਹੜਾ ਸੀ ਉਹਦੇ 'ਤੇ ਹਮਲਾ ਕੀਤਾ। ਉਹਦੇ ਘਰ 'ਤੇ ਜਾ ਕੇ ਉਹਨੇ ਵੀ ਚਲੋ ਆਪਣੀ ਯਥਾ ਸ਼ਕਤੀ ਜਿਹੜਾ ਇਹਨਾਂ ਨੂੰ ਮੁਕਾਬਲਾ ਕੀਤਾ, ਪਰ ਇਹ ਜਿਸ ਪੂਰੇ ਧਾ ਕੇ ਗਏ ਸੀ ਸਿੰਘ, ਇਹਨਾਂ ਨੇ ਜਾਫਰ ਖਾਨ ਦਾ ਸਿਰ ਵੱਢ ਕੇ ਤੇ ਉਹਦੀ ਜਿਹੜੀ ਧੀ ਸੀ ਸਲਮਾ ਉਹ ਉਹਦੇ ਬਾਪ ਦੇ ਹਵਾਲੇ ਕੀਤੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਦਾ ਸਿੰਘਾਂ ਨਾਲ ਸੰਪਰਕ ਕਿਸ ਤਰ੍ਹਾਂ ਹੋਇਆ। ਬਾਬੇ ਬੰਦੇ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੰਘ ਨਿਰਾਸ਼ਾ ਦੇ ਆਲਮ 'ਚ ਪਹੁੰਚ ਗਏ ਸੀ ਤੇ ਜਿਹੜਾ ਉਸ ਵੇਲੇ ਲਾਹੌਰ ਦਾ ਗਵਰਨਰ ਸੀ ਜ਼ਕਰੀਆ ਖਾਂ, ਉਹ ਬਹੁਤ ਹੀ ਬੇਕਿਰਕ, ਬੇਤਰਸ ਤੇ ਜ਼ੁਲਮੀ ਤਬੀਅਤ ਦਾ ਬੰਦਾ ਸੀ ਤੇ ਉਸਨੇ ਇਸ ਚੀਜ਼ ਦਾ ਤਹਈਆ ਕੀਤਾ ਸੀ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ, ਮੈਂ ਸਿੱਖਾਂ ਨੂੰ ਰਹਿਣ ਹੀ ਨਹੀਂ ਦੇਣਾ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ ਉਹਨੇ ਸ਼ੁਰੂ ਕਰ ਦਿੱਤੇ ਤੇ ਜਿੱਥੇ ਵੀ ਕੋਈ ਸਿੱਖ ਲੱਭਦਾ ਸੀ ਉਹ ਉਹਨੂੰ ਬਖਸ਼ਦਾ ਨਹੀਂ ਸੀ, ਸਿੱਧਾ ਮੌਤ ਦੇ ਘਾਟ ਹੀ ਤਾਰ ਦਿੰਦਾ ਸੀ। ਜਦੋਂ ਇਹੋ ਜਿਹਾ ਮਾਹੌਲ ਬਣ ਗਿਆ ਤੇ ਜਿਹੜੇ ਸਿੰਘ ਸੀ ਆਪਣਾ ਘਰ ਘਾਟ ਛੱਡ ਕੇ ਉਹ ਜੰਗਲਾਂ ਦੇ ਵਿੱਚ ਜਾ ਕੇ ਲੁਕ ਗਏ ਤੇ ਭਾਈ ਤਾਰੂ ਸਿੰਘ ਦਾ ਜਿਹੜਾ ਨਗਰ ਸੀ ਪੂਲਾ, ਇਸ ਦੇ ਲਾਗੇ ਬਾਬਾ ਬੁੱਢਾ ਸਾਹਿਬ ਦੀ ਬੀੜ ਬੜੀ ਵੱਡੀ ਸੀ, ਬੜਾ ਸੰਘਣਾ ਜੰਗਲ ਸੀ ਉਹ। ਤੇ ਉੱਥੇ ਵੀ ਜਾ ਕੇ ਜਿਹੜੇ ਸਿੰਘ ਸੀ ਉਹਨਾਂ ਉੱਥੇ ਸ਼ਰਨ ਲਈ ਸੀ ਤੇ ਉੱਥੇ ਲੁਕੇ ਸੀ। ਤੇ ਇਹ ਭਾਈ ਸਾਹਿਬ ਫਿਰ ਤੁਰੇ ਫਿਰਦਿਆਂ ਇੱਕ ਦਿਨ ਇਹਨਾਂ ਨੇ ਵੇਖਿਆ ਵੀ ਇੱਥੇ ਸਿੰਘ ਜਿਹੜੇ ਆ ਉਹ ਇੱਥੇ ਹੈਗੇ ਜੰਗਲ ਦੇ ਵਿੱਚ। ਉਹ ਜਦੋਂ ਫਿਰ ਉਹਨਾਂ ਕੋਲ ਗਏ ਤੇ ਉਹਨਾਂ ਪੁੱਛਿਆ ਵੀ ਭਾਈ ਸਾਹਿਬ ਤੁਹਾਡੇ ਲੰਗਰ ਪ੍ਰਸ਼ਾਦੇ ਦਾ ਕੀ ਪ੍ਰਬੰਧ ਆ? ਉਹ ਆਂਦੇ ਵੀ ਇੱਥੇ ਸਾਡਾ ਕਿਹੜਾ ਕਿ ਮਾਂ ਬੈਠੀ ਜਿੰਨਾ ਲੰਗਰ ਸਾਨੂੰ ਪਕਾ ਕੇ ਦੇਣਾ ਵਾ, ਆ ਜਿਹੜੇ ਜੰਗਲ ਦੇ ਪੱਤੇ ਖਾ ਕੇ ਜਾਂ ਕੋਈ ਫਲ ਫੁੱਲ ਲੱਭੇ ਖਾ ਕੇ ਤੇ ਇਹ ਅਸੀਂ ਖਾ ਕੇ ਗੁਜ਼ਾਰਾ ਕਰ ਰਹੇ ਹਾਂ। ਤੁਹਾਨੂੰ ਪਤਾ ਹੀ ਆ ਵੀ ਇਸ ਵੇਲੇ ਕਿੰਨੀ ਜ਼ੁਲਮ ਦੀ ਹਨੇਰੀ ਵਗਣ ਡਈ ਆ ਤੇ ਅਸੀਂ ਇੱਥੇ ਸੰਗਠਿਤ ਹੋ ਕੇ ਆਪਣਾ ਜਿਹੜਾ ਵਾ ਉਹ ਜਦੋਂ ਸਾਨੂੰ ਕਿਤੇ ਮੌਕਾ ਮਿਲਦਾ ਵਾ ਅਸੀਂ ਦੁਸ਼ਮਣ ਦੇ ਨਾਲ ਦੋਵੇਂ ਹੱਥ ਕਰਦੇ ਆ ਤੇ ਉਹਨਾਂ ਨੂੰ ਵੀ ਸਬਕ ਸਿਖਾਉਂਦੇ ਆ ਤੇ ਪਰ ਇਹਨਾਂ ਵਾ ਵੀ ਸਾਡਾ ਇਹ ਜਿਹੜਾ ਵਾ ਇਹ ਰੋਟੀ ਪਾਣੀ ਦਾ ਪ੍ਰਬੰਧ ਸਾਡਾ ਕੋਈ ਹੈ ਹੀ ਨਹੀਂ ਗਾ ਵੈਸੇ। ਫਿਰ ਭਾਈ ਸਾਹਿਬ ਨੇ ਘਰ ਆਣ ਕੇ ਆਪਣੀ ਮਾਤਾ ਜੀ ਨਾਲ ਗੱਲ ਕੀਤੀ, ਆਪਣੀ ਭੈਣ ਦੇ ਨਾਲ ਗੱਲ ਕੀਤੀ ਤੇ
ਇਹਨਾਂ ਦੀ ਭੈਣ ਜਿਹੜੀ ਸੀ ਉਹ ਵੀ, ਉਹਨਾਂ ਦੇ ਪਤੀ ਵੀ ਜਿਹੜੇ ਸੀ ਤਾਂ ਉਹ ਗੁਰੂ ਚਰਨਾਂ 'ਚ ਬਰਾੜ ਗਿਆ ਸੀ ਤੇ ਉਹ ਵੀ ਮਤਲਬ ਵੀ ਉਸ ਵੇਲੇ ਪਤੀ ਤੋਂ ਬਗੈਰ ਹੀ ਸੀ ਤੇ ਇਹ ਤਿੰਨੇ ਜਿਹੜੇ ਮਾਂ ਪੁੱਤ ਸੀ ਰਹਿੰਦੇ ਸੀ, ਇਕੱਠੇ ਰਹਿੰਦੇ ਸੀ ਤੇ ਤਿੰਨਾਂ ਦੇ ਵਿੱਚ ਹੀ ਇਹ ਜਿਹੜੀ ਸਿੱਖੀ ਭਾਵਨਾ ਸੀ, ਸਿੱਖੀ ਸਿਦਕ ਸੀ, ਸਿੱਖੀ ਸਿਰੜ ਸੀ, ਕੁੱਟ-ਕੁੱਟ ਕੇ ਭਰਿਆ ਸੀ। ਰੋਮ ਦੇ ਵਿੱਚ ਇਹਨਾਂ ਦੀ ਸਿੱਖੀ ਜਿਹੜੀ ਸੀ ਵਸ ਰਹੀ ਸੀ। ਨਾਮ ਜਪਣਾ, ਸਿਮਰਨ ਕਰਨਾ, ਗੁਰੂ ਦੇ ਚਰਨਾਂ ਵਿੱਚ ਹਾਜ਼ਰ ਰਹਿ ਕੇ ਆਪਣਾ ਜੀਵਨ ਬਤੀਤ ਜਿਹੜਾ ਸੀ ਇਹ ਕਰ ਰਿਹਾ ਸੀ। ਇਹਨਾਂ ਦੇ ਹਿਰਦੇ ਵਿੱਚ ਗੁਰੂ ਹਮੇਸ਼ਾ ਹੀ ਵਸਦਾ ਸੀ। ਫਿਰ ਇਹਨਾਂ ਸਲਾਹ ਕੀਤੀ ਵੀ ਭਾਈ ਸਾਹਿਬ ਜੋ ਆਪਣੇ ਘਰ ਤਿਲ ਫੁੱਲ ਹੈਗਾ ਵਾ, ਆਪਾਂ ਲੰਗਰ ਤਿਆਰ ਕਰਕੇ ਤੇ ਉਹਨਾਂ ਸਿੰਘਾਂ ਦੀ ਜਿਹੜੀ ਆ ਉਹ ਸੇਵਾ ਕਰੀਏ। ਇਹਨਾਂ ਦੀ ਮਾਤਾ ਤੇ ਭੈਣ ਜੀ ਨੇ ਫਿਰ ਲੰਗਰ ਪ੍ਰਸ਼ਾਦਾ ਤਿਆਰ ਕਰ ਦੇਣਾ। ਦੁੱਧ ਦੀ ਬਾਲਟੀ ਇਹਨਾਂ ਨੇ ਨਾਲ ਆਪਣੇ ਜਾਂ ਹੋਰ ਕਿਸੇ ਬਰਤਨ 'ਚ ਪਾ ਕੇ ਲੈ ਜਾਣਾ ਤੇ ਉਹਨਾਂ ਸਿੰਘਾਂ ਨੂੰ ਜਿਹੜਾ ਸੀ ਉਹ ਛਕਾਉਣਾ। ਮਤਲਬ ਇਸ ਤਰੀਕੇ ਦੇ ਨਾਲ ਇਹਨਾਂ ਦਾ ਫਿਰ ਇਸ ਤਰੀਕੇ ਨਾਲ ਸਿੰਘਾਂ ਦੇ ਨਾਲ ਸੰਪਰਕ ਵੱਧਦਾ ਗਿਆ ਤੇ ਫਿਰ ਇਹਨਾਂ ਨੇ ਸਿੰਘਾਂ ਦੀ ਇਸ ਢੰਗ ਨਾਲ ਜਿਹੜੀ ਸੀ ਉਹ ਸੇਵਾ ਕਰਦੇ ਰਹੇ। ਤੇ ਜੇ ਸਿੱਖਾਂ 'ਚ ਇਹੋ ਜਿਹੇ ਸੂਰਬੀਰ ਯੋਧੇ ਬਲਕਾਰੀ ਵੀ ਹੈਗੇ ਸੀ ਤੇ ਸਿੱਖਾਂ 'ਚ ਕੁਝ ਚੰਦ ਦਮੜਿਆਂ ਬਦਲੇ ਵਿਕਣ ਵਾਲੇ ਵੀ ਬੰਦੇ ਹੈਗੇ ਸੀ, ਜਿਨ੍ਹਾਂ 'ਚ ਇੱਕ ਜੰਡਿਆਲੇ ਦਾ ਹਰਭਗਤ ਨਰਿੰਜਣੀਆਂ ਸੀ, ਜਿਹੜਾ ਕਿ ਹਕੂਮਤ ਕੋਲ ਕੁਝ ਲਾਲਚ ਲੈ ਕੇ, ਕੁਝ ਆਪਣਾ ਧਨ ਪਦਾਰਥ ਲੈ ਕੇ ਤੇ ਸਿੰਘਾਂ ਦੀ ਮੁਖਬਰੀ ਕਰਦਾ ਸੀ। ਜਦੋਂ ਉਹ ਪੱਟੀ ਵਾਲੀ ਘਟਨਾ ਹੋਈ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਦਾ ਜਿਹੜਾ ਸੀ ਨਾ ਨਾਂ ਥੋੜ੍ਹਾ ਜਿਹਾ ਜ਼ਿਆਦਾ ਇਹ ਲੋਕਾਂ ਦੇ ਵਿੱਚ ਚਲ ਗਿਆ ਕਿ ਇਹਨੇ ਇਸ ਤਰ੍ਹਾਂ ਇੱਕ ਏਡਾ ਬਹਾਦਰੀ ਦਾ ਕੰਮ ਕਰਕੇ ਇੱਕ ਜਿਹੜੀ ਅਬਲਾ ਧੀ ਆ ਉਸ ਨੂੰ ਛੁਡਾਇਆ ਵਾ। ਇਸ ਚੀਜ਼ ਦੀ ਖਬਰ ਜਦੋਂ ਨਰਿੰਜਣੀ ਤੱਕ ਪਹੁੰਚੀ ਤੇ ਉਹਨੂੰ ਇਹ ਵੀ ਲੱਗ ਗਿਆ ਪਤਾ, ਸੂਹ ਲੈ ਲਈ ਉਹਨੇ ਕਿ ਇਹ ਜੰਗਲ ਦੇ ਵਿੱਚ ਜਾ ਕੇ ਜਿਹੜੀ ਲਾਗੇ ਝਿੜੀ ਆ, ਜੰਗਲ ਆ, ਉੱਥੇ ਜਾ ਕੇ ਲੁਕੇ ਸਿੰਘਾਂ ਨੂੰ ਜਿਹੜਾ ਵਾ ਇਹ ਪ੍ਰਸ਼ਾਦ ਪਾਣੀ ਛਕਾਉਂਦਾ ਵਾ। ਉਹਨੇ ਫਿਰ ਜ਼ਕਰੀਆ ਖਾਂ ਦੇ ਦਰਬਾਰ 'ਚ ਜਾ ਕੇ ਚੁਗਲੀ ਮਾਰੀ ਵੀ ਇਹ ਤਾਰੂ ਸਿੰਘ ਇਸ ਤਰ੍ਹਾਂ ਜਿਹੜਾ ਨਾ ਇਹ ਲੁਕੇ ਛਿਪੇ ਸਿੰਘਾਂ ਨੂੰ ਜਿਹੜਾ ਨਾ ਪ੍ਰਸ਼ਾਦਾ ਛਕਾ ਕੇ ਫਿਰ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਲਿਆਉਂਦਾ ਵਾ। ਤੇ ਉਹ ਜ਼ਕਰੀਆ ਖਾਂ ਨੇ ਫਿਰ ਜਿਹੜੇ ਆਪਣੇ ਫੌਜ ਦੇ ਸਿਪਾਹੀ ਸੀ ਇਸ ਨੂੰ ਗ੍ਰਿਫਤਾਰ ਕਰਨ ਵਾਸਤੇ ਭੇਜੇ ਤੇ ਜਦੋਂ ਉਹ ਗ੍ਰਿਫਤਾਰ ਕਰਨ ਆਏ ਤੇ ਇਹਨਾਂ ਦੀ ਮਾਤਾ ਜਿਹੜੀ ਸੀ ਉਹ ਲੰਗਰ ਤਿਆਰ ਕਰ ਰਹੀ ਸੀ ਤੇ ਇਹਨੇ ਪੁੱਛਿਆ ਵੀ ਦੱਸੋ ਕਿੱਧਰ ਆਏ ਜੇ? ਆਉਂਦੇ ਵੀ ਅਸੀਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਆਏ ਆ। ਹੁਣ ਤੁਸੀਂ ਨਾ ਕੁਝ ਇਤਿਹਾਸਕਾਰਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ, ਮਾਤਾ ਦਾ ਤੁਸੀਂ ਜਿਗਰਾ ਵੇਖੋ, ਉਹਦਾ ਸਿੱਖੀ ਸਿਦਕ ਵੇਖੋ, ਉਹਦਾ ਸਿੱਖੀ ਸਿਧਾਂਤ ਵੇਖੋ। ਉਹ ਆਂਦੀ ਆ ਵੀ ਬੇਟਾ ਬਹਿ ਜਾਓ, ਉਹ ਤਾਂ ਇਸ ਵੇਲੇ ਘਰ ਨਹੀਂ ਗਾ ਤੇ ਉਹਨੇ ਆ ਜਾਣਾ ਤੇ ਤੁਸੀਂ ਉਹਨਾਂ ਚਿਰ ਭੁੱਖੇ ਹੋ ਗਏ, ਤੁਸੀਂ ਵੀ ਤੁਰ ਕੇ ਆਏ ਜੇ, ਲੰਗਰ ਪ੍ਰਸ਼ਾਦਾ ਛਕੋਗੇ। ਹੈ ਉਹ ਆਂਦੇ ਹੱਦ ਕੀਤੀ ਮਾਤਾ, ਅਸੀਂ ਤੇਰੇ ਪੁੱਤ ਨੂੰ ਗ੍ਰਿਫਤਾਰ ਕਰਨ ਆਏ ਆ, ਇਹ ਨਹੀਂ ਪਤਾ ਵੀ ਉਹਨੇ ਮੁੜ ਕੇ ਵਾਪਸ ਆਉਣਾ ਕਿ ਨਹੀਂ ਆਉਣਾ ਤੇ ਤੂੰ ਸਾਨੂੰ ਲੰਗਰ ਪ੍ਰਸ਼ਾਦਾ ਛਕਣ ਡਈ, ਇਹ ਛਕਣ ਬਾਰੇ ਕਹਿਣ ਡਈ ਆ। ਮਾਤਾ ਕਹਿੰਦੀ ਵੇਖ ਪੁੱਤ, ਮੈਂ ਗੁਰੂ ਰਾਮਦਾਸ ਦੇ ਚਰਨਾਂ ਦੀ ਦਾਸੀ ਆ, ਗੁਰੂ ਦਰਬਾਰ ਜਿਹੜਾ ਵਾ ਉਹਨਾਂ ਦੀ ਸਿੱਖ ਸਿੰਘਣੀ ਆ ਤੇ ਸਾਡੇ ਵਿੱਚ ਇਹ ਜਿਹੜਾ ਸਿਧਾਂਤ ਉਹ ਹੈਗਾ ਹੀ ਹੈਗਾ ਵਾ। ਸਾਡੇ ਘਰ ਕੋਈ ਸੱਜਣ ਆਵੇ, ਕੋਈ ਦੁਸ਼ਮਣ ਆਵੇ, ਕੋਈ ਵੈਰੀ ਆਵੇ, ਕੋਈ ਮਿੱਤਰ ਆਵੇ, ਉਹ ਲੰਗਰ ਪ੍ਰਸ਼ਾਦੇ ਤੋਂ ਬਗੈਰ ਨਹੀਂ ਜਾਂਦਾ। ਵੈਸੇ ਇਹ ਅਜੇ ਗੱਲਾਂ ਕਰ ਰਿਹਾ ਸੀ ਤੇ ਭਾਈ ਸਾਹਿਬ ਆ ਗਏ ਤੇ ਉਹਨਾਂ ਨੇ ਮਤਲਬ ਵੀ ਦੋਵਾਂ ਭੈਣ ਭਰਾਵਾਂ ਨੂੰ ਜਿਹੜਾ ਸੀ ਉਹ ਗ੍ਰਿਫਤਾਰ ਕਰ ਲਿਆ। ਜਦੋਂ ਪਿੰਡ 'ਚ ਖਬਰ ਪਹੁੰਚੀ ਤੇ ਪਿੰਡ ਵਾਲੇ ਫਿਰ ਉਹਨਾਂ ਦੇ ਸਿਰ ਹੋ ਗਏ ਕਿ ਤਾਰੂ ਸਿੰਘ ਦੀ ਗੱਲ ਤੇ ਚਲੋ ਤੁਸੀਂ ਲੈ ਜਾਓ ਤੇ ਅਸੀਂ ਭੈਣ ਨੂੰ ਨਹੀਂ ਜਾਣ ਦੇਣਾ। ਫਿਰ ਉਹਨਾਂ ਨੇ ਨਗਰ ਨਿਵਾਸੀਆਂ ਨੇ ਦਬਾ ਕੇ ਜਿਹੜੇ ਉਹ ਗ੍ਰਿਫਤਾਰ ਕਰਨ ਆਏ ਸੀ ਸਿਪਾਹੀ, ਉਹ ਝੋਗੇ ਤੇ ਭਾਈ ਤਾਰੂ ਸਿੰਘ ਨੂੰ ਉਹ ਲਾਹੌਰ ਜਿਹੜਾ ਸੀ ਉਹ ਲੈ ਗਏ। ਉੱਥੇ ਗ੍ਰਿਫਤਾਰੀ ਜਿਹੜੀ ਆ ਉਹ ਇਸ ਤਰੀਕੇ ਨਾਲ ਹੁੰਦੀ ਆ ਕਿ ਜਦੋਂ ਹੌਲੀ ਹੌਲੀ ਗੱਲ ਜਿਹੜੀ ਆ ਉਹ ਭਗਤ ਨਰਿੰਜਨੀਏ ਦੇ ਥਰੂ ਜਿਹੜੀ ਆ ਉਹ ਪਹੁੰਚਦੀ ਆ ਉੱਥੇ ਤੇ ਫਿਰ ਜਿਹੜੀ ਆ ਉਹ ਪੁਲਿਸ ਇੱਥੇ ਜਿਹੜੀ ਆ ਉਹ ਸਿਪਾਹੀ ਪਹੁੰਚਦੇ ਆ। ਉਹਨੇ ਜਦੋਂ ਕੰਨ ਭਰੇ ਜ਼ਕਰੀਆ ਖਾਂ ਦੇ ਤੇ ਫਿਰ ਜ਼ਕਰੀਆ ਖਾਂ ਨੇ ਜਿਹੜੇ ਆਪਣੇ ਸੀ ਗ੍ਰਿਫਤਾਰ ਕਰਨ ਵਾਸਤੇ ਸਿਪਾਹੀ ਭੇਜੇ ਜਿਹੜੇ ਕਿ ਲਾਹੌਰ ਲੈ ਗਏ। ਲਾਹੌਰ ਉੱਥੇ ਨਖਾਸ ਬਾਜ਼ਾਰ ਆ, ਨਖਾਸ ਚੌਂਕ ਆ, ਜਿੱਥੇ ਕਿ ਜੇਲ੍ਹ ਸੀ, ਜਿੱਥੇ ਕਿ ਬਹੁਤ ਉਹਨੇ ਸਿੰਘਾਂ ਤੇ ਜ਼ੁਲਮ ਕੀਤੇ ਸੀ। ਅਣਖੀ ਸਾਹਿਬ ਇੱਥੋਂ ਗ੍ਰਿਫਤਾਰੀ ਹੁੰਦੀ ਹੈ ਭਾਈ ਤਾਰੂ ਸਿੰਘ ਹੋਰਾਂ ਦੀ ਤਾਂ ਉਸ ਤੋਂ ਬਾਅਦ ਦੇ ਵਿੱਚ ਲਾਹੌਰ ਲਿਜਾਇਆ ਜਾਂਦਾ ਹੈ, ਜ਼ਕਰੀਆ ਖਾਂ ਦੇ ਸਾਹਮਣੇ ਜਿਹੜਾ ਆ ਉਹ ਪੇਸ਼ ਵੀ ਕੀਤਾ ਜਾਂਦਾ ਹੈ ਤੇ ਉੱਥੇ ਕੀ ਵਾਰਤਾਲਾਪ ਜਿਹੜੀ ਆ ਹੁੰਦੀ ਆ ਤੇ ਉੱਥੇ ਫਿਰ ਕੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਂਦੀ ਆ, ਕੀ ਗੱਲਬਾਤ ਜਿਹੜੀ ਆ ਉਹ ਚੱਲਦੀ ਆ? ਜਿਹੜਾ ਆਪਣਾ ਹੈਗਾ ਸੀ ਜ਼ਕਰੀਆ ਖਾਂ ਉਹਦੇ ਕੋਲ ਤੇ ਬਾਅਦ ਵਿੱਚ ਖੜਿਆ ਗਿਆ, ਪਹਿਲਾਂ ਇਹਦੇ ਤੇ ਕਾਫੀ ਜ਼ੁਲਮ ਕੀਤੇ ਗਏ, ਤਸ਼ੱਦਦ ਕੀਤਾ ਗਿਆ ਕਿ ਇਹ ਮਾਨਸਿਕ ਤੌਰ ਤੇ ਡੋਲ ਜਾਵੇ ਤੇ ਇਹਦੇ ਵਿੱਚ ਜਿਹੜੀ ਇਸ ਵੇਲੇ ਸਿੱਖੀ ਇਹ ਪਨਪੀ ਆ ਉਹ ਕਮਜ਼ੋਰ ਪੈ ਜਾਵੇ ਤੇ ਇਹ ਜਿਹੜੀਆਂ ਸਾਡੀਆਂ
ਇਸ ਨੂੰ ਇਹ ਗੱਲਾਂ ਕਹਿਣੀਆਂ ਵਾ ਉਹ ਮੰਨ ਜਾਵੇ। ਪਰ ਜਿਉਂ-ਜਿਉਂ ਜ਼ੁਲਮ ਹੁੰਦਾ ਗਿਆ ਤਿਉਂ-ਤਿਉਂ ਭਾਈ ਸਾਹਿਬ ਜਿਹੜੇ ਸੀ ਉਹ ਗੁਰਬਾਣੀ 'ਚ ਲੀਨ ਹੁੰਦੇ ਗਏ। ਜਪਜੀ ਸਾਹਿਬ ਦਾ ਪਾਠ ਉਹਨਾਂ ਨਿੱਤ ਕਰੀ ਜਾਣਾ ਤੇ ਉਹਨਾਂ ਦੀ ਆਤਮਾ ਜਿਹੜੀ ਸੀ ਹੋਰ ਜਿਹੜੀ ਸੀ ਉਹ ਬੁਲੰਦ ਹੁੰਦੀ ਗਈ। ਤੇ ਸਰੀਰਕ ਪੱਖ ਤੋਂ ਵੀ ਅਣਖੀ ਸਾਹਿਬ ਖੇਤਾਂ 'ਚ ਕੰਮ ਕਰਨ ਕਰਕੇ ਕਹਿੰਦੇ ਕਿ ਚੰਗਾ ਜੁੱਸਾ ਤਕੜਾ ਸੀ, ਡੀਲ ਡੌਲ ਬੜੀ ਤਕੜੀ ਸੀ ਜੀ। ਪਰ ਗਿੱਲ ਸਾਹਿਬ ਜਿਹੜੀਆਂ ਇਹ ਰੂਹਾਂ ਹੁੰਦੀਆਂ ਨਾ ਜੀ, ਇਹਨਾਂ ਦੀ ਆਤਮਾ ਇੰਨੀ ਬਲਵਾਨ ਹੁੰਦੀ ਆ ਜੀ, ਨਾਮ ਰਸ ਵਿੱਚ ਭਿੱਜੀ ਹੋਣ ਕਰਕੇ। ਬਿਲਕੁਲ ਕਿ ਸਰੀਰ ਨੂੰ ਤਾਂ ਕੋਈ ਵੀ ਜਿਹੜਾ ਆ ਉਹ ਢਾ ਸਕਦਾ ਆ, ਪਰ ਜਿਹੜੀ ਆਤਮਾ ਜੇਕਰ ਉਹ ਬਲਵਾਨ ਆ ਤੇ ਉਹਨੂੰ ਕੋਈ ਝੁਕਾ ਨਹੀਂ ਸਕਦਾ, ਉਹ ਮੈਟਰ ਨਹੀਂ ਕਰਦਾ, ਉਹਨੂੰ ਝੁਕਾ ਨਹੀਂ ਸਕਦਾ ਜੀ। ਤੇ ਇਹਨਾਂ ਦੀ ਆਤਮਾ ਜਿਹੜੀ ਆ ਨਾ ਉਹਦੇ ਬਾਰੇ ਆਪਾਂ ਸਿਰਫ ਸੋਚ ਹੀ ਸਕਦੇ ਆ ਜੀ, ਗੱਲਾਂ ਹੀ ਕਰ ਸਕਦੇ ਆ ਵੀ ਉਹ ਇੰਨੀ ਆਤਮਾ ਬਲਵਾਨ ਸੀ ਜਿਹੜੀ ਕਿ ਅਕਾਲ ਪੁਰਖ ਨਾਲ ਇੱਕ ਮਿਕ ਹੋਈ ਸੀ ਜੀ। ਤੇ ਇਸ ਕਰਕੇ ਜਿਹੜਾ ਸਰੀਰਕ ਤਸ਼ੱਦਦ ਸੀ ਇਹ ਉਹਨਾਂ ਨੂੰ ਪੂੰਦਾ ਹੋਣ ਦੇ ਬਾਵਜੂਦ ਵੀ ਉਹ ਬਹੁਤਾ ਉਸ ਨੂੰ ਮਹਿਸੂਸ ਨਹੀਂ ਸੀ ਕਰਦੇ। ਕਹਿਣ ਤੋਂ ਭਾਵ ਕਿ ਸੇਵਾ ਤੇ ਸਿਮਰਨ ਦੇ ਨਾਲ ਹੀ ਜੁੜੀ ਹੋਈ ਰੂਹ ਸੀ, ਸੇਵਾ ਸਿਮਰਨ ਕਰਕੇ ਤੇ ਗੁਰਬਾਣੀ ਵਿੱਚ ਭਿੱਜੇ ਹੋਣ ਕਰਕੇ ਉਹਨਾਂ ਦੀ ਰੂਹ ਜਿਹੜੀ ਸੀ ਉਹ ਬਹੁਤ ਬਲਵਾਨ ਹੋ ਗਈ ਸੀ। ਤੇ ਫਿਰ ਜਦੋਂ ਕੁਝ ਦਿਨਾਂ ਬਾਅਦ ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਉਸਨੇ ਪੁੱਛਿਆ ਕਿ ਤੁਸੀਂ ਇਹ ਜਿਹੜੇ ਸਾਡੇ ਬਾਗੀ ਆ ਜੀ ਸਿੰਘ, ਤੁਸੀਂ ਉਹਦੀ ਕਿਉਂ ਮਤ ਕਰਦੇ ਜੇ? ਇਹਨਾਂ ਕਿਹਾ ਵੇਖੋ ਅਸੀਂ ਵਾਹੀ ਖੇਤੀ ਦਾ ਕੰਮ ਕਰਦੇ ਹਾਂ, ਅਸੀਂ ਲਗਾਨ ਭਰਦੇ ਹਾਂ, ਤੁਹਾਡਾ ਟੈਕਸ ਭਰ ਕੇ ਜੋ ਸਾਡੇ ਕੋਲ ਤਿਲ ਫੁੱਲ ਬਚਦਾ ਵਾ ਉਹਦੇ ਨਾਲ ਅਸੀਂ ਜਿਹੜੇ ਆ ਉਹ ਗੁਰਸਿੱਖਾਂ ਦੀ ਮਦਦ ਕਰਦੇ ਹਾਂ। ਤੁਹਾਡੇ ਟੈਕਸ ਤਾਂ ਅਸੀਂ ਪੂਰਾ ਦੇ ਰਹੇ ਹਾਂ, ਤੁਹਾਡਾ ਲਗਾਨ ਅਸੀਂ ਪੂਰਾ ਦੇ ਰਹੇ ਹਾਂ ਤੇ ਤੁਹਾਡਾ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਹੈ। ਤੇ ਇਹ ਗੱਲਾਂ ਸੁਣ ਕੇ ਜਿਹੜਾ ਹੈਗਾ ਸੀ ਆਪਣਾ ਜ਼ਕਰੀਆ ਖਾਂ ਉਹਨੂੰ ਹੋਰ ਗੁੱਸਾ ਚੜ ਗਿਆ ਜੀ ਵੀ ਇਹ ਤੇ ਮੇਰੀ ਗੱਲਾਂ ਦਾ ਜਵਾਬ ਦੇ ਰਿਹਾ ਇਸ ਤਰ੍ਹਾਂ ਦਾ, ਵੈਸੇ ਇਹ ਕਿਸ ਤਰ੍ਹਾਂ ਹਿੰਮਤ ਕਰ ਰਿਹਾ ਵਾ ਜੀ। ਫਿਰ ਉਹਨੇ ਆਖਿਆ ਵੇਖ ਤੂੰ ਬਹੁਤੀਆਂ ਗੱਲਾਂ ਕਰਦਾ ਨਾ, ਤੇਰੀ ਸਿਰਫ ਇੱਕੇ ਸ਼ਰਤ ਤੇ ਜਾਨ ਬਖਸ਼ੀ ਜਾ ਸਕਦੀ ਆ ਕਿ ਤੂੰ ਇਸਲਾਮ ਕਬੂਲ ਕਰ ਲਾ। ਅੱਛਾ ਜੀ। ਇਹ ਆਂਦਾ ਵਾ ਮੈਂ ਨਿੱਤ ਅਰਦਾਸ ਕਰਦਾ ਕਿ ਮੇਰਾ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭੇ ਜੀ, ਪਰ ਮੈਨੂੰ ਇਹ ਗੱਲ ਦੱਸ ਜੇ ਮੈਂ ਮੁਸਲਮਾਨ ਬਣ ਜਾ ਤੇ ਕੀ ਮੈਨੂੰ ਮੌਤ ਨਹੀਂ ਆਊਗੀ? ਕੀ ਮੈਂ ਮਰੂੰਗਾ ਨਹੀਂ? ਫਿਰ ਆਉਂਦਾ ਮਰਨਾ ਤੇ ਸਾਰਿਆਂ ਹੀ ਆ। ਤੇ ਆਂਦਾ ਜੇ ਸਾਰਿਆਂ ਮਰਨਾ ਤੇ ਕਿਉਂ ਨਾ ਮੈਂ ਗੁਰੂ ਚਰਨਾਂ ਦੇ ਵਿੱਚ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾ ਕੇ ਗੁਰੂ ਦੇ ਸਾਹਮਣੇ ਸੁਰਖਰੂ ਹੋ ਕੇ ਪੇਸ਼ ਆਵਾਂ ਜੀ ਹੈ। ਉਹ ਆਂਦਾ ਜਿਹੜਾ ਸਿੱਖੀ ਤੂੰ ਕੇਸਾਂ ਸਵਾਸਾਂ ਦੀ ਗੱਲ ਕਰਦਾ ਨਾ ਤੇ ਇਹਨਾਂ ਕੇਸਾਂ ਸਵਾਸਾਂ ਦਾ ਤੈਨੂੰ ਮੈਂ ਇਹ ਸਬਕ ਸਿਖਾਊਂ ਜਿਹੜਾ ਯਾਦ ਰੱਖੇਗਾ ਹੈ। ਉਹ ਆਂਦਾ ਗੱਲ ਸੁਣ ਜ਼ਕਰੀਆ ਖਾਂ, ਮੈਂ ਗੁਰੂ ਦਸ਼ਮੇਸ਼ ਪਿਤਾ ਦਾ ਸਿੰਘ ਹਾਂ, ਜੇ ਤੂੰ ਮੇਰੇ ਕੇਸਾਂ ਨੂੰ ਕੁਝ ਕਰੇਂਗਾ ਤੇ ਮੇਰੀ ਜੁੱਤੀ ਦੀ ਨੋਕ ਨਾਲ ਤੇਰੇ ਕੇਸ ਵੀ ਜਿਹੜੇ ਉੱਡਣਗੇ। ਵੈਸੇ ਉਹਨੂੰ ਬੜਾ ਕ੍ਰੋਧ ਚੜਿਆ ਜੀ। ਉਹ ਫਿਰ ਉਹਨੇ ਸਜ਼ਾ ਦਿੱਤੀ ਕਿ ਇਸ ਜਿਹੜੇ ਕੇਸ ਆ ਨਾ ਇਹਦੇ ਸਮੇਤ ਖੋਪੜੀ ਉਤਾਰ ਦਿੱਤੇ ਜਾਣ ਵੈਸੇ ਜੀ। ਉਹ ਫਿਰ ਉਹਨਾਂ ਜਰਾਜ ਸੱਦਿਆ, ਉਹ ਮੱਥੇ ਵਾਲੇ ਪਾਸਿਓਂ ਆਉਂਦੇ ਉਹਨਾਂ ਸ਼ੁਰੂ ਕੀਤਾ ਜੀ। ਉਹਦੀ ਜਿਹੜੀ ਖੋਪੜੀ ਲਾਹ ਕੇ ਤੇ ਇਹਦੇ ਸਾਹਮਣੇ ਰੱਖਤੇ ਵੀ ਆਹ ਤੇਰੇ ਕੇਸ ਪਏ ਜਿਨ੍ਹਾਂ ਕੇਸਾਂ ਸਵਾਸਾਂ ਦੀ ਤੂੰ ਗੱਲ ਕਰਦਾ ਸਾਂ ਜੀ। ਤੇ ਭਾਈ ਤਾਰੂ ਸਿੰਘ ਹੱਸ ਕੇ ਕਹਿੰਦਾ ਕੋਈ ਗੱਲ ਨਹੀਂ ਗੀ, ਮੇਰਾ ਦਸ਼ਮੇਸ਼ ਪਿਤਾ ਮੇਰੇ ਸਿਰ ਤੇ ਹੱਥ ਹੋਣਾ ਚਾਹੀਦਾ ਵਾ ਤੇ ਮੈਨੂੰ ਕੋਈ ਤੁਸੀਂ ਜੋਫ ਨਹੀਂ ਪਹੁੰਚਾ ਸਕਦੇ, ਕੋਈ ਨੁਕਸਾਨ ਨਹੀਂ ਮੇਰਾ ਕਰ ਸਕਦੇ। ਤੇ ਫਿਰ ਭਾਈ ਤਾਰੂ ਸਿੰਘ ਦਾ ਜਿਹੜਾ ਬਾਕੀ ਸਰੀਰ ਸੀ ਉਹਨੂੰ ਉਹਨਾਂ ਲਾਹੌਰ ਦੇ ਬਾਹਰ ਇੱਕ ਖਾਈ 'ਚ ਸੁੱਟ ਆਏ ਜੀ ਵੀ ਇੱਥੇ ਇਹਨੇ ਮਰ ਪਰ ਜਾਣਾ ਵਾ। ਪਰ ਇਹਨਾਂ ਵਾ ਵੀ ਜਿਹੜੇ ਉਸ ਲਾਹੌਰ ਦੇ ਸਿੱਖ ਸੀ ਉਹਨਾਂ ਨੇ ਸਰਕਾਰੀ ਕਾਰਵਾਈ ਜੋ ਬਣਦੀ ਸੀ ਉਹ ਕਰਕੇ ਉਹਨਾਂ ਦੀ ਦੇਹ ਨੂੰ ਚੁੱਕ ਲਿਆਂਦਾ ਤੇ ਦੇਹ ਨੂੰ ਚੁੱਕ ਕੇ ਧਰਮਸ਼ਾਲਾ ਦੇ ਵਿੱਚ ਜੋ ਉਸ ਵੇਲੇ ਦਾ ਕੋਈ ਇਲਾਜ ਹੋਊਗਾ ਉਹ ਉਹਨਾਂ ਕਰਨਾ ਸ਼ੁਰੂ ਕਰ ਦਿੱਤਾ। ਪਰ ਭਾਈ ਸਾਹਿਬ ਦੀ ਰਸਨਾ ਤੇ 24 ਘੰਟੇ ਜਪਜੀ ਸਾਹਿਬ ਦਾ ਜਿਹੜਾ ਜਾਪ ਸੀ ਉਹ ਰਹਿੰਦਾ ਸੀ, ਬਾਣੀ ਉਹ ਰਹਿੰਦੀ ਸੀ ਤੇ ਬੜਾ ਉਹਨਾਂ ਨੇ ਸਰੀਰਕ ਕਸ਼ਟ ਤੇ ਹੈ ਹੀ ਹੈ ਸੀ। ਜਦੋਂ ਖੋਪੜੀ ਲੱਥੀ ਹੋਵੇ, ਖੋਪੜੀ ਤੋਂ ਬਗੈਰ ਹੀ ਇਹ ਸਮਾਂ ਜਿਹੜਾ ਸੀ ਬਤੀਤ ਕਰਨਾ ਬਹੁਤ, ਪਰ ਉਹਨਾਂ ਨੇ ਆਪਣੀ ਆਤਮਾ ਨੂੰ, ਆਪਣੀ ਰੂਹ ਨੂੰ ਗੁਰੂ ਚਰਨਾਂ ਦੇ ਵਿੱਚ ਪੇਸ਼ ਕਰਕੇ ਤੇ ਆਪਣੇ ਉਸ ਅਕਾਲ ਪੁਰਖ ਦੇ ਜਿਹੜਾ ਰਸ ਸੀ, ਰੰਗ ਸੀ, ਉਸ ਦੀ ਬਾਣੀ ਸੀ, ਗੁਰਬਾਣੀ ਸੀ, ਨਾਮ ਸਿਮਰਨ ਸੀ, ਉਹਦੇ ਵਿੱਚ ਆਪਣੇ ਆਪ ਨੂੰ ਜੋੜੀ ਰੱਖਿਆ ਤੇ ਇਸ ਤਰ੍ਹਾਂ ਸਮਾਂ ਪਾਸ ਹੁੰਦਾ ਗਿਆ। ਅਲਕੀ ਸਾਹਿਬ ਅਸੀਂ ਹੋਰ ਵੀ ਸ਼ਹੀਦਾਂ ਦਾ ਇਤਿਹਾਸ ਜਿਹੜਾ ਆ ਉਹ ਪੜ੍ਹਦੇ ਹਾਂ, ਸੁਣਦੇ ਹਾਂ, ਸਾਰਿਆਂ ਦੀਆਂ ਸ਼ਹਾਦਤਾਂ ਬੜੀਆਂ ਵਿਲੱਖਣ ਨੇ, ਪਰ ਭਾਈ ਤਾਰੂ ਸਿੰਘ ਜੀ ਦਾ ਜ਼ਿਕਰ ਜਿਹੜਾ ਆ ਉਹ ਜਦੋਂ ਕਰੀਏ ਤਾਂ ਇਤਿਹਾਸ ਦੇ ਵਿੱਚ ਇਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਕਿਵੇਂ ਵੱਖਰੀ ਹੈ? ਵੱਖਰੀ ਇਹ ਵੈਸੇ ਤੇ ਅਰਦਾਸ 'ਚ ਹੈਗਾ ਵਾ ਜੀ, ਜਿਨ੍ਹਾਂ ਸਿੰਘਾਂ ਨੇ ਖੋਪੜੀਆਂ ਲਹਾਈਆਂ ਜੀ,
ਬਹੁਵਚਨ ਆ ਜੀ। ਇਹਦਾ ਮਤਲਬ ਵੀ ਹੋਰ ਵੀ ਸਿੰਘ ਹੋਣਗੇ ਜਿਨ੍ਹਾਂ ਦੇ ਖੋਪੜੀਆਂ ਲੱਥੀਆਂ ਹੋਣਗੀਆਂ, ਪਰ ਉਹਨਾਂ ਦਾ ਜਿਹੜਾ ਜ਼ਿਕਰ ਆ ਉਹ ਇਤਿਹਾਸ ਵਿੱਚ ਉਹਨਾਂ ਦਾ ਨਹੀਂ ਹੈਗਾ। ਸਿਰਫ ਭਾਈ ਤਾਰੂ ਸਿੰਘ ਹੀ ਆ ਜਿਨ੍ਹਾਂ ਦਾ ਸਾਡੇ ਕੋਲ ਇਤਿਹਾਸ ਜਿਉਂਦਾ ਹੈਗਾ ਵਾ, ਜਿਨ੍ਹਾਂ ਦੇ ਬਾਰੇ ਜਾਣਕਾਰੀ ਵੀ ਹੈਗੀ ਆ। ਇਸ ਕਰਕੇ ਇਹੋ ਹੀ ਇੱਕ ਵਿਲੱਖਣ ਸ਼ਹੀਦ ਹੋਏ ਆ ਜਿਨ੍ਹਾਂ ਦੀ ਖੋਪੜੀ ਲਾਹ ਕੇ ਤੇ ਇਹਨਾਂ ਤੇ ਤਸ਼ੱਦਦ ਕਰਕੇ ਤੇ ਫਿਰ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਇਤਿਹਾਸ ਵਿੱਚ ਗਿੱਲ ਸਾਹਿਬ ਇੱਕ ਹੋਰ ਬੜੀ ਵੱਖਰੀ ਕਿਸਮ ਦੀ ਗੱਲ ਲਿਖੀ ਆ, ਜਿਸ ਵਿੱਚ ਜੋ ਭਾਈ ਤਾਰੂ ਸਿੰਘ ਨੇ ਕਿਹਾ ਸੀ ਉਹ ਉਹਨਾਂ ਦੀ ਅੱਖਾਂ ਸਾਹਮਣੇ ਸੱਚ ਹੋਇਆ ਜੀ। ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵਾਂ ਕਿ ਜਦੋਂ ਜ਼ਕਰੀਆ ਖਾਨ ਨੇ ਕਿਹਾ ਤੂੰ ਕੇਸਾ ਸਵਾਸਾ ਦੀ ਗੱਲ ਕਰਦਾ, ਕੇਸਾ ਸਵਾਸਾ ਦੀ ਗੱਲ ਕਰਦਾ ਤੇ ਤੇਰੇ ਕੇਸ ਮੈਂ ਸਵੇਦ ਖੋਪੜੀ ਲਾਉਂਗਾ ਤੇ ਫਿਰ ਤੈਨੂੰ ਲੱਗੂ ਪਤਾ ਵੀ ਕੇਸ ਸਵਾਸ ਹੁੰਦੇ ਕੀ ਆ। ਤੇ ਭਾਈ ਤਾਰੂ ਸਿੰਘ ਨੇ ਕਿਹਾ ਵੀ ਮੈਂ ਵੀ ਦਸ਼ਮੇਸ਼ ਪਿਤਾ ਦਾ ਪੁੱਤਰ ਆ ਤੇ ਜੇ ਤੇਰੇ ਕੇਸ ਵੀ ਜਿਹੜੇ ਆ ਨਾ ਉਹ ਮੇਰੇ ਛਿੱਤਰ ਦੇ ਨਾਲ ਨਾ ਉੱਡਣਗੇ ਤਾਂ ਕਹੀ ਵੈਸੇ। ਉਹ ਆਂਦੇ ਆ ਵੀ ਜਦੋਂ ਇਹ ਗੱਲ ਹੋਈ ਜੀ ਤੇ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਜ਼ਕਰੀਆ ਖਾਨ ਨੂੰ ਜੀ। ਉਹ ਜਦੋਂ ਪਿਸ਼ਾਬ ਦਾ ਬੰਨ ਪੈ ਗਿਆ ਤਕਲੀਫ ਤੇ ਹੋਣੀ ਸੀ। ਉਹ ਜਿਹੜੇ ਉਸ ਵੇਲੇ ਦੇ ਵੈਦ ਸੀ, ਹਕੀਮ ਸੀ, ਉਹਨਾਂ ਬਥੇਰੇ ਓੜ ਪੋੜ ਕੀਤੇ, ਦਵਾਈ ਦਾਰੂ ਦਿੱਤਾ ਪਰ ਇਸ ਨੂੰ ਅਸਰ ਨਾ ਕੋਈ ਹੋਇਆ। ਫਿਰ ਜਦੋਂ ਬੰਦਾ ਫਸਿਆ ਹੁੰਦਾ ਨਾ, ਜਦੋਂ ਸਿਰ ਤੇ ਆਪਣੇ ਪੈਂਦੀ ਆ ਤੇ ਫਿਰ ਉਹਨੂੰ ਚੇਤੇ ਆਉਂਦਾ ਵੀ ਸੱਚਮੁੱਚ ਹੀ ਮੈਂ ਤਾਰੂ ਸਿੰਘ ਦੇ ਨਾਲ ਬਿਨਾਂ ਵਜ੍ਹਾ ਜ਼ੁਲਮ ਕੀਤਾ ਵਾ ਤੇ ਉਹਦੀ ਗੱਲ ਜਿਹੜੀ ਆ ਉਹ ਮੈਨੂੰ ਲੱਗਦਾ ਵਾ ਵੀ ਸੱਚੀ ਹੋਣ ਡਈ ਆ। ਫਿਰ ਉਸਨੇ ਇਹ ਸਿੰਘਾਂ ਆਪਣੇ ਜਿਹੜੇ ਦਰਬਾਰੀ ਸੀ ਉਹਨਾਂ ਕੋਲ ਭੇਜਿਆ, ਭਾਈ ਤਾਰੂ ਸਿੰਘ ਕੋਲ, ਮੈਨੂੰ ਮਾफ़ ਕਰ ਦੇ ਜੀ, ਮੈਂ ਤੇਰੇ ਤੇ ਬੜਾ ਜ਼ੁਲਮ ਕੀਤਾ ਨਜਾਇਜ਼ ਤੇ ਉਹਦਾ ਮੈਂ ਹੁਣ ਫਲ ਭੁਗਤਣ ਡਿਆ ਵਾਂ, ਤੂੰ ਮੈਨੂੰ ਨਾ ਮਾफ़ ਕਰ ਦੇ। ਉਹ ਜਿਹੜੇ ਇੱਕ ਆਏ ਸੀ ਸਿੰਘ ਭਾਈ ਸ਼ਬੇਗ ਸਿੰਘ ਸੀ ਮੇਰਾ ਖਿਆਲ ਉਹਨਾਂ ਦਾ, ਜਿਹੜੇ ਆਏ ਸੀ ਵੈਸੇ, ਤੇ ਇਹਨਾਂ ਕਿਹਾ ਵੀ ਮੈਂ ਕੌਣ ਇਹਨੂੰ ਮਾफ़ ਕਰਨ ਵਾਲਾ ਹੁੰਦਾ ਵਾਂ, ਇਹਨੂੰ ਮਾफ़ ਕਰ ਸਕਦੇ ਆ ਸਿਰਫ ਦਸਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਤੇ ਜਾਂ ਜਿਹੜੇ ਸਾਡੇ ਸਿੰਘ ਆ ਉਹ ਇਹਨੂੰ ਮਾफ़ ਕਰ ਸਕਦੇ ਆ ਜੀ। ਮੈਂ ਇਹਨੂੰ ਕੋਈ ਮਾफ़ ਨਹੀਂ ਕਰ ਸਕਦਾ, ਮੇਰੇ 'ਚ ਕੋਈ ਇੰਨੀ ਹੈ ਨਹੀਂ ਗੀ ਵੀ ਮੈਂ ਇਹਨੂੰ ਮਾफ़ ਕਰਾਂ ਜੋ ਇਹਨੇ ਕੀਤਾ ਵਾ। ਫਿਰ ਉਹ ਭਾਈ ਸਾਹਿਬ ਜਿਹੜੇ ਸੀ ਜੰਗਲ ਵਿੱਚ ਦਲ ਖਾਲਸਾ ਕੋਲ ਗਏ ਜੀ ਤੇ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਉਹ ਮਾफ़ੀ ਮੰਗਦਾ ਵਾ, ਉਹ ਬੜਾ ਦੁਖੀ ਆ ਤੇ ਆਪਣੇ ਦੁੱਖ ਤੋਂ ਨਿਵਰਤੀ ਪਾਉਣ ਵਾਸਤੇ ਉਹ ਮਾफ़ੀ ਮੰਗਦਾ। ਤੇ ਉਹਨਾਂ ਫਿਰ ਕੁਝ ਗੱਲਾਂ ਸ਼ਰਤਾਂ ਰੱਖੀਆਂ ਵੀ ਇਹਨਾਂ ਆਖੋ ਪਹਿਲਾਂ ਸਿੰਘਾਂ ਦੇ ਜ਼ੁਲਮ ਬੰਦ ਕਰੇ, ਹੈਂ ਸਿੱਖਾਂ ਦੇ ਜਿਹੜੇ ਸ਼ਹੀਦ ਕੀਤੇ ਆ ਉਹਨਾਂ ਦਾ ਸੰਸਕਾਰ ਕੀਤਾ ਜਾਵੇ, ਤੇ ਤੀਸਰੀ ਗੱਲ ਆ ਕਿ ਭਾਈ ਤਾਰੂ ਸਿੰਘ ਦੀ ਜਿਹੜੀ ਜੁੱਤੀ ਆ ਉਹ ਇਹਦੇ ਸਿਰ 'ਤੇ ਮਾਰੀ ਜਾਵੇ, ਕਿਉਂਕਿ ਉਹ ਵੀ ਦਸ਼ਮੇਸ਼ ਪਿਤਾ ਦਾ ਪੁੱਤ ਆ, ਉਹਦੀ ਗੱਲ ਵੀ ਜਿਹੜੀ ਆ ਪੂਰੀ ਹੋਣੀ ਚਾਹੀਦੀ ਆ ਜੀ। ਉਹ ਜਦੋਂ ਸਿੰਘ ਇੱਥੇ ਆਏ ਵਾਪਸ ਤੇ ਉਹਨਾਂ ਨੇ ਇਹਦੀ ਭਾਈ ਸਾਹਿਬ ਦੀ ਜਿਹੜੀ ਜੁੱਤੀ ਸੀ ਉਹ ਫਿਰ ਖੜੀ ਲਿਜਾ ਕੇ ਤੇ ਰੇਸ਼ਮ ਦੇ ਰੁਮਾਲ 'ਚ ਬੰਨ੍ਹ ਕੇ ਜੁੱਤੀ ਤੇ ਉਹਦੇ ਸਿਰ 'ਚ ਮਾਰੀ, ਤੇ ਜਦੋਂ ਸਿਰ 'ਚ ਮਾਰੀ ਤੇ ਥੋੜ੍ਹਾ ਜਿਹਾ ਉਹਨੂੰ ਪਿਸ਼ਾਬ ਆ ਗਿਆ, ਰਿਲੀਫ ਮਿਲੀ। ਉਹ ਆਂਦਾ ਨਹੀਂ ਇਹਨੇ ਨਾਲ ਮੇਰੀ ਜਿਹੜੀ ਆ ਨਾ ਦੁੱਖ ਬਹੁਤਾ ਨਹੀਂ ਦੂਰ ਹੁੰਦਾ। ਫਿਰ ਉਹ ਰੁਮਾਲ ਤੋਂ ਬਗੈਰ ਸਿੱਧੇ ਛਿੱਤਰ ਉਹਦੇ ਸਿਰ 'ਚ ਵੱਜਦੇ ਰਹੇ, ਜਦੋਂ ਛਿੱਤਰ ਵੱਜਣੇ ਤੇ ਉਹਨੂੰ ਪਿਸ਼ਾਬ ਆ ਜਾਣਾ। ਇਤਿਹਾਸਕਾਰ ਲਿਖਦੇ ਆ ਗੱਲ ਤੇ ਫਿਰ ਆਂਦੇ ਆ ਵੀ 21 ਦਿਨ ਭਾਈ ਤਾਰੂ ਸਿੰਘ ਜਿਹੜੇ ਸੀ ਨਾ ਉਹ ਖੋਪੜੀ ਤੋਂ ਬਗੈਰ ਜਿਹੜੇ ਸੀ ਉਹ ਜਿੰਦਾ ਰਹੇ ਤੇ 21 ਦਿਨ ਹੀ ਉਹਦੇ ਸਿਰ 'ਤੇ ਛਿੱਤਰ ਵੱਜਦੇ ਰਹੇ। ਰੋਜ਼ ਛਿੱਤਰ ਵੱਜਣੇ ਭਾਈ ਤਾਰੂ ਸਿੰਘ ਦੇ ਤੇ ਉਹਨੂੰ ਪਿਸ਼ਾਬ ਆਉਣਾ, ਰੋਜ਼ ਛਿੱਤਰ ਵੱਜਣੇ, ਪਿਸ਼ਾਬ ਆਉਣਾ ਤੇ ਛਿੱਤਰ ਵੱਜ ਕੇ ਉਹਦਾ ਸਿਰ ਜਿਹੜੇ ਸੀ ਵਾਲ ਉਹ ਸਾਰੇ ਉੱਡ ਗਏ ਸੀ। ਜਿਹੜੀ ਭਾਈ ਤਾਰੂ ਸਿੰਘ ਨੇ ਗੱਲ ਕੀਤੀ ਸੀ ਉਹਦੇ ਜਿਉਂਦਿਆਂ ਜੀ ਪੂਰੀ ਹੋ ਗਈ ਸੀ। ਤੇ ਫਿਰ ਉਦਣ ਸਾਉਣ ਦੀ ਸੰਗਰਾਂਦ ਸੀ, ਜਿਸ ਤਰ੍ਹਾਂ ਅੱਜ ਸਾਉਣ ਦੀ ਸੰਗਰਾਂਦ ਆ, ਉਸ ਦਿਨ ਫਿਰ ਇਹ ਜਿਹੜਾ ਜ਼ਕਰੀਆ ਖਾਂ ਸੀ ਇਹਦੀ ਮੌਤ ਹੋ ਗਈ। ਤੇ ਫਿਰ ਜਦੋਂ ਭਾਈ ਤਾਰੂ ਸਿੰਘ ਨੂੰ ਇਸ ਚੀਜ਼ ਦਾ ਪਤਾ ਲੱਗਾ ਤੇ ਉਹਨੇ ਸਿੰਘਾਂ ਨੂੰ ਇੱਕ ਬੇਨਤੀ ਕੀਤੀ, ਆਂਦਾ ਮੈਂ ਇਸ਼ਨਾਨ ਕਰਨਾ ਪਰ ਉਹਦਾ ਜਲ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਤੋਂ ਹਰਿਮੰਦਰ ਸਾਹਿਬ ਦੇ ਜਿਹੜਾ ਸਰੋਵਰ ਆ ਉੱਥੋਂ ਲਿਆਓ ਤੇ ਮੈਂ ਉਹਦੇ ਨਾਲ ਇਸ਼ਨਾਨ ਕਰਨਾ ਵਾ। ਤੇ ਇਤਿਹਾਸਕਾਰ ਲਿਖਦੇ ਆ ਫਿਰ ਸ੍ਰੀ ਹਰਿਮੰਦਰ ਸਾਹਿਬ ਦਾ ਜਲ ਜਿਹੜਾ ਸੀ ਉੱਥੇ ਲਾਹੌਰ ਪਹੁੰਚਾਇਆ ਗਿਆ ਤੇ ਉਸ ਨਾਲ ਭਾਈ ਸਾਹਿਬ ਨੇ ਇਹ ਨਾਲ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ, ਨਾਲ ਇਸ਼ਨਾਨ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਪ੍ਰਾਣ ਸੀ ਉਹ ਪੰਖੇਰੂ ਹੋ ਗਏ। ਤੇ ਇਸ ਕਰਕੇ ਅੱਜ ਦੇ ਦਿਨ ਭਾਈ ਸਾਹਿਬ ਜਿਹੜੇ ਸੀ ਉਹ ਸ਼ਹੀਦੀ ਪਾਈ ਉਹਨਾਂ ਦੀ, ਜਿਹੜੀ ਕਿ ਸਿੱਖ ਇਤਿਹਾਸ ਵਿੱਚ ਬੜੀ ਵਿਲੱਖਣ ਆ, ਬੜੀ ਨਿਵੇਕਲੀ ਆ, ਬੜੀ ਜ਼ਿਕਰਯੋਗ ਆ। ਤੇ ਸਾਰਾ ਸਿੱਖ ਪੰਥ ਜਿਹੜਾ ਵਾ ਅੱਜ ਭਾਈ ਸਾਹਿਬ ਦੇ ਜਿਹੜੇ ਉਹਨਾਂ ਪੂਰਨੇ ਪਾਏ ਆ, ਆਪਾਂ ਤੇ ਅਰਦਾਸ ਹੀ ਕਰ ਸਕਦੇ ਹਾਂ। ਅੱਜ ਕੱਲ੍ਹ ਜੋ ਸਾਡੇ ਹਾਲਾਤ ਹੈਗੇ ਆ ਸਿੱਖਾਂ ਦੇ, ਜੋ ਸਿੱਖੀ ਸਾਡੀ ਤੇ ਤਾਂ
ਬਹੁਤ ਪਿੱਛੇ ਚੱਲ ਗਈ ਆ ਜੀ ਵੀ ਭਾਈ ਤਾਰੂ ਸਿੰਘ ਨੂੰ ਆਪਣੇ ਮਨ ਮਸਤਕ ਵਿੱਚ ਵਸਾ ਕੇ ਤੇ ਜੇ ਆਪਾਂ ਉਸ ਗੁਰਸਿੱਖੀ ਦੇ ਮਾਰਗ ਤੇ ਚੱਲਾਂਗੇ ਤੇ ਸਿੱਖ ਪੰਥ ਨੂੰ ਕਦੀ ਕੋਈ ਘਾਟਾ ਨਹੀਂ ਪੈ ਸਕਦਾ ਜੀ ਬਿਲਕੁਲ। ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਥਰੂ ਸਾਰੀਆਂ ਸਿੰਘ ਸੰਤਾਂ ਨੂੰ ਭਾਈ ਤਾਰੂ ਸਿੰਘ ਦੀ ਜੋ ਸ਼ਹੀਦੀ ਆ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਨਮਨ ਕਰਦੇ ਆ, ਨਮਸਕਾਰ ਕਰਦੇ ਆ ਤੇ ਉਹਨਾਂ ਦੀ ਜਿਹੜੀ ਯਾਦ ਆ ਉਸ ਨੂੰ ਆਪਣੇ ਸ਼ਰਧਾ ਜਿਹੜੀ ਆ, ਸਤਿਕਾਰ ਆ, ਸਨਮਾਨ ਆ, ਉਹ ਭੇਟ ਕਰਦੇ ਆ। ਬਿਲਕੁਲ ਜੀ। ਅੱਜ ਦੇ ਇਸ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਵਿੱਚ ਪ੍ਰਿੰਸੀਪਲ ਕੁਲਵੰਤ ਸਿੰਘ ਜੀ ਅਣਖੀ ਹੋਰਾਂ ਨੇ ਸਮੁੱਚਾ ਇਤਿਹਾਸ ਜਿਹੜਾ ਆ ਉਹ ਵਿਸ਼ਵ ਭਰ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਸਰਵਣ ਕਰਾਇਆ ਤੇ ਸਾਨੂੰ ਜ਼ਰੂਰਤ ਆ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਈਏ। ਸਾਡੇ ਗੁਰੂ ਸਾਹਿਬਾਨ ਕੌਣ ਸਨ, ਕਿਵੇਂ ਉਹਨਾਂ ਨੇ ਵੀ ਮਨੁੱਖਤਾ ਦੀ ਖਾਤਰ ਕੁਰਬਾਨੀ ਜਿਹੜੀ ਆ ਉਹ ਦਿੱਤੀ ਤੇ ਹੋਰ ਜਿਹੜੇ ਅਹਿਮ ਕਾਰਜ ਉਹਨਾਂ ਨੇ ਕੀਤੇ, ਸਾਡੇ ਸ਼ਹੀਦ ਸਿੰਘ ਕੌਣ ਸਨ ਉਹਨਾਂ ਦੀ ਬਾਬਤ ਕਹਿਣ ਤੋਂ ਭਾਵ ਕਿ ਸਮੁੱਚੇ ਇਤਿਹਾਸ ਤੋਂ ਜਾਣੂ ਕਰਵਾਈਏ ਤਾਂ ਜੋ ਅਸੀਂ ਆਉਂਦੀਆਂ ਪੀੜ੍ਹੀਆਂ ਨੂੰ ਵੀ ਆਪਣਾ ਇਤਿਹਾਸ ਜਿਹੜਾ ਉਹ ਦੱਸ ਸਕੀਏ ਤੇ ਇਸੇ ਤਰ੍ਹਾਂ ਹੀ ਸੀਨਾ ਬਸੀਨਾ ਅਗਾਂਹ ਵੀ ਜਿਹੜਾ ਆ ਉਹ ਇਤਿਹਾਸ ਚੱਲਦਾ ਰਹੇ। ਤੇ ਅੱਜ ਦੇ ਇਸ ਦਿਨ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ, ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਣਖੀ ਸਾਹਿਬ ਦਾ ਧੰਨਵਾਦ ਕਰਦਿਆਂ ਹੋਇਆਂ ਇੱਥੇ ਹੀ ਸਾਂਝੇ ਰੂਪ ਦੇ ਵਿੱਚ ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਭਾਈ ਤਾਰੂ ਸਿੰਘ ਨੂੰ ਯਾਦ ਕਰਦੇ ਹੋਏ, ਭਾਈ ਤਾਰੂ ਸਿੰਘ ਜੀ ਸ਼ਹੀਦੀ ਨੂੰ ਨਮਨ ਕਰਦੇ ਹੋਏ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ ਕਿ ਇਹ ਸੱਚੇ ਪਾਤਸ਼ਾਹ ਸਿੱਖ ਕੌਮ ਜਿਹੜੀ ਆ ਆਪਣੇ ਗੁਰਬਾਣੀ, ਸਿੱਖ ਸਿਧਾਂਤ, ਸਿੱਖ ਫਲਸਫੇ, ਸਿੱਖ ਗੁਰੂਆਂ ਤੇ ਸਿੱਖ ਸ਼ਹੀਦਾਂ ਦੀ ਜਿਹੜਾ ਸਾਡਾ ਵਿਰਸਾ ਵਾ ਉਸ ਨੂੰ ਕਾਇਮ ਰੱਖ ਸਕਣ। ਫਿਰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।